ਸੋ ਇੱਕ ਤਾਂ ਕਹਿ ਲਓ ਕਿ ਵਰਬਲ ਕਮਿਊਨੀਕੇਸ਼ਨ ਜੋ ਹਰ ਕੋਈ ਕਰਦਾ ਹੈ, ਠੀਕ ਹੈ। ਜਿੱਦਾਂ ਇੱਕ ਛੋਟਾ ਬੱਚਾ ਉਹ ਬੋਲਣਾ ਸਿੱਖਦਾ ਹੈ, ਠੀਕ ਹੈ, ਵਰਬਲੀ ਗੱਲ ਕਰਦਾ ਆ ਆਪਣੇ ਪੇਰੈਂਟਸ ਦੇ ਨਾਲ, ਫਿਰ ਉਸ ਤੋਂ ਬਾਅਦ ਸਕੂਲ ਜਾਂਦਾ ਆ, ਫਿਰ ਸਕੂਲ 'ਚ ਫਰੈਂਡਸ ਨਾਲ, ਯਾਨੀ ਕਿ ਉਹ ਹੌਲੀ ਹੌਲੀ ਬੋਲਣਾ ਸਿੱਖਦਾ ਆ, ਠੀਕ ਹੈ। ਤੋ ਉਹ ਹੋ ਗਿਆ ਵਰਬਲ ਕਮਿਊਨੀਕੇਸ਼ਨ। ਲੇਕਿਨ ਇੱਕ ਹੁੰਦਾ ਆ ਇਫੈਕਟਿਵ ਵਰਬਲ ਕਮਿਊਨੀਕੇਸ਼ਨ, ਯਾਨੀ ਕਿ ਅੱਛੇ ਤਰੀਕੇ ਦੇ ਨਾਲ ਤੁਸੀਂ ਕਿੱਦਾਂ ਬੋਲਣਾ, ਬਹੁਤ ਅੱਛੇ ਤਰੀਕੇ ਦੇ ਨਾਲ ਇੱਕ ਇਫੈਕਟ ਤੁਹਾਡਾ ਕਿਸੇ ਦੂਸਰੇ ਪਰਸਨ 'ਤੇ ਪੈ ਜਾਏ, ਇੱਕ ਬਹੁਤ ਅੱਛਾ ਇੰਪੈਕਟ ਪੈ ਜਾਏ ਜਦੋਂ ਤੁਸੀਂ ਗੱਲ ਕਰੋ, ਜਦੋਂ ਤੁਸੀਂ ਬੋਲੋ, ਠੀਕ ਹੈ। ਜਦੋਂ ਤੁਸੀਂ ਕਿਸੇ ਆਪਣੇ ਸੀਨੀਅਰ ਨਾਲ ਗੱਲ ਕਰੋ, ਆਪਣੇ ਟੀਚਰ ਦੇ ਨਾਲ, ਆਪਣੇ HOD ਦੇ ਨਾਲ, ਜੋਬ ਕਰੋਗੇ ਤੁਸੀਂ ਆਪਣੇ ਕਲੀਗਸ ਦੇ ਨਾਲ, ਠੀਕ ਹੈ, ਫਿਰ ਆਪਣੇ ਬੌਸ ਨਾਲ, ਕਦੇ ਤੁਸੀਂ ਕਸਟਮਰਸ ਜਿਹੜੇ ਹੁੰਦੇ ਨੇ ਉਹਨਾਂ ਦੇ ਨਾਲ, ਗੈਸਟ ਦੇ ਨਾਲ, ਹਰ ਇੱਕ ਦੇ ਨਾਲ ਤੁਸੀਂ ਗੱਲ ਕਰਨੀ ਹੈ। ਇਹ ਹੁੰਦਾ ਪ੍ਰੋਫੈਸ਼ਨ, ਠੀਕ ਹੈ, ਪ੍ਰੋਫੈਸ਼ਨਲੀ ਗੱਲ ਕਰਨੀ ਹੈ ਤੁਸੀਂ। ਵੈਸੇ ਤਾਂ ਤੁਸੀਂ ਹਰ ਇੱਕ ਨਾਲ ਗੱਲ ਕਰਦੇ ਹੀ ਹੋ, ਹੈ ਨਾ, ਤੁਸੀਂ ਘਰ ਬੈਠੇ ਹੋ ਆਪਣੀ ਫੈਮਿਲੀ ਨਾਲ ਗੱਲ ਕਰਦੇ ਹੋ, ਫਰੈਂਡਸ ਨਾਲ ਗੱਲਬਾਤ ਕਰਦੇ ਹੋ, ਲੇਕਿਨ ਇਹ ਕੁਝ ਚੀਜ਼ਾਂ ਇੱਦਾਂ ਦੀਆਂ ਨੇ, ਇੱਦਾਂ ਦੇ ਕੁਝ ਪਰਸਨਸ ਨੇ ਇੰਪੋਰਟੈਂਟ ਜਿਹੜੇ ਪ੍ਰੋਫੈਸ਼ਨ ਨਾਲ ਜੁੜੇ ਹੁੰਦੇ ਨੇ, ਠੀਕ ਹੈ। ਇਹ ਤੁਹਾਡੇ ਰਿਲੇਸ਼ਨਸ਼ਿਪਸ ਜਿਹੜੇ ਹੁੰਦੇ ਆ ਇਹ ਪ੍ਰੋਫੈਸ਼ਨਲ ਰਿਲੇਸ਼ਨਸ਼ਿਪਸ ਹੁੰਦੇ ਆ। ਤਾਂ ਉਸ ਟਾਈਮ 'ਤੇ ਤੁਹਾਡਾ ਵਰਬਲ ਕਮਿਊਨੀਕੇਸ਼ਨ ਬਹੁਤ ਇਫੈਕਟਿਵ ਹੋਣਾ ਚਾਹੀਦਾ। ਜਿੱਦਾਂ ਸਭ ਤੋਂ ਪਹਿਲੇ ਲੈਕਚਰ ਦੇ ਵਿੱਚ ਆਪਾਂ ਨੋਨ ਵਰਬਲ ਕਮਿਊਨੀਕੇਸ਼ਨ ਦੀ ਗੱਲ ਕੀਤੀ ਸੀ, ਹੈ ਨਾ, ਕਿ ਤੁਹਾਡਾ ਬਿਹੇਵੀਅਰ, ਤੁਹਾਡੇ ਜੈਸਚਰਸ ਕਿੱਦਾਂ ਦੇ ਹੋਣੇ ਚਾਹੀਦੇ ਨੇ ਐਟ ਯੂਰ ਵਰਕ ਪਲੇਸ। ਹੁਣ ਗੱਲ ਕਰਨੀ ਆ ਅੱਜ ਆਪਾਂ ਵਰਬਲ ਦੀ, ਕਿ ਬੋਲਣ ਟਾਈਮ 'ਤੇ ਤੁਸੀਂ ਕਿੱਦਾਂ, ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ, ਠੀਕ ਹੈ। ਸਭ ਤੋਂ ਪਹਿਲੀ ਚੀਜ਼, ਸਭ ਤੋਂ ਪਹਿਲਾਂ ਜੋ ਹੈ ਉਹ ਹੈ ਕਿ ਤੁਸੀਂ ਕਦੇ ਵੀ ਨੈਗੇਟਿਵ ਵਰਡਸ ਨਹੀਂ ਬੋਲਣੇ। ਨੈਗੇਟਿਵ ਵਰਡਸ ਦਾ ਮਤਲਬ ਹੁੰਦਾ ਆ ਕਿ ਇਹ ਨਹੀਂ ਕਿ ਗਲਤ ਵਰਡਸ, ਮਤਲਬ ਕਿ ਡੀਮੋਟੀਵੇਟਿੰਗ ਵਰਡਸ, ਜਿਹੜੇ ਸਾਹਮਣੇ ਵਾਲੇ ਨੂੰ ਡੀਮੋਟੀਵੇਟ ਕਰਦੇ ਨੇ, ਠੀਕ ਹੈ, ਉਹ ਵਰਡਸ ਆਪਾਂ ਬਿਲਕੁਲ ਨਹੀਂ ਚੂਜ਼ ਕਰਨੇ। ਸਭ ਤੋਂ ਪਹਿਲਾਂ ਤਾਂ ਇਹੀ ਹੈ ਕਿ ਆਪਾਂ ਨੂੰ ਆਪਣੇ ਵਰਡਸ ਜਿਹੜੇ ਹੈ ਨਾ ਬਹੁਤ ਵਾਈਜ਼ਲੀ ਚੂਜ਼ ਕਰਨੇ ਪੈਣੇ ਹੈ, ਠੀਕ ਹੈ। ਕੁਝ ਵਰਡਸ ਜਿੱਦਾਂ ਕਿ ਪੋਸੀਬਲ, ਠੀਕ ਹੈ, ਕਿ ਹਾਂ ਸਭ ਨੂੰ ਕਹੋ ਕਿ ਇਟਸ ਪੋਸੀਬਲ, ਨੈਵਰ ਸੇ ਇਟਸ ਇੰਪੋਸੀਬਲ, ਠੀਕ ਹੈ। ਹੋ ਸਕਦਾ ਹੈ ਕਿ ਕੱਲ੍ਹ ਨੂੰ ਤੁਸੀਂ ਕਦੇ ਟੀਮ ਬਣਾ ਕੇ ਕੋਈ ਕੰਮ ਕਰੋ, ਠੀਕ ਹੈ, ਔਰ ਤੁਸੀਂ ਕਿਸੇ ਟੀਮ ਨੂੰ ਲੀਡ ਕਰ ਰਹੇ ਹੋਵੋ, ਤਾਂ ਉਹਨਾਂ ਨੂੰ ਤੁਸੀਂ ਅੱਛੇ ਤਰੀਕੇ ਦੇ ਨਾਲ ਬੂਸਟ ਅਪ ਕਰਨਾ ਹੈ, ਠੀਕ ਹੈ। ਤਾਂ ਤੁਸੀਂ ਇਹ ਨੈਗੇਟਿਵ ਵਰਡਸ ਨਾ ਬੋਲਿਓ ਕਿ ਦਿਸ ਇਜ਼ ਨਾਟ ਪੋਸੀਬਲ, ਹਮੇਸ਼ਾ ਕਹੋ ਕਿ ਦਿਸ ਇਜ਼ ਪੋਸੀਬਲ, ਠੀਕ ਹੈ, ਕਿ ਇਹ ਹੋ ਸਕਦਾ ਹੈ। ਤਾਂ ਹਮੇਸ਼ਾ ਇੱਕ ਤਾਂ ਐਟੀਟਿਊਡ ਆਪਣੀ ਲੈਂਗੁਏਜ ਦੇ ਵਿੱਚ ਹਮੇਸ਼ਾ ਪੋਜ਼ੀਟਿਵ ਰੱਖਣਾ, ਐਟੀਟਿਊਡ ਤੁਹਾਡਾ ਪੋਜ਼ੀਟਿਵ ਹੋਵੇ ਹਮੇਸ਼ਾ। ਦੂਸਰੀ ਚੀਜ਼, ਜਦੋਂ ਵੀ ਤੁਸੀਂ ਵਰਕ ਪਲੇਸ 'ਤੇ ਹੋਵੋ, ਨੈਵਰ ਯੂਜ਼ ਸਲੈਂਗ ਵਰਡਸ, ਠੀਕ ਹੈ। ਸਲੈਂਗ ਵਰਡਸ ਤੁਹਾਨੂੰ ਦੱਸੇ ਸੀ ਮੈਂ, ਸਲੈਂਗ ਵਰਡਸ ਕਿਹੜੇ ਕਿਹੜੇ ਨੇ, ਤਾਂ ਉਹ ਆਪਾਂ ਬਿਲਕੁਲ ਯੂਜ਼ ਨਹੀਂ ਕਰਨੇ ਜਦੋਂ ਆਪਾਂ ਪ੍ਰੋਫੈਸ਼ਨਲੀ ਗੱਲ ਕਰ ਰਹੇ ਹਾਂ ਕਿਸੇ ਦੇ ਨਾਲ, ਠੀਕ ਹੈ। ਤੁਹਾਡੇ ਵਰਕ ਪਲੇਸ 'ਤੇ ਤੁਸੀਂ ਸਲੈਂਗ ਵਰਡਸ ਯੂਜ਼ ਨਹੀਂ ਕਰਨੇ, ਹਮੇਸ਼ਾ ਪੂਰਾ ਵਰਡ ਹੀ ਬੋਲਣਾ ਹੈ ਪੂਰੇ ਸੈਂਟੈਂਸਿਸ ਦੇ ਵਿੱਚ, ਕਲੀਅਰ ਹੈ। ਦੂਸਰੀ ਚੀਜ਼, ਕਦੇ ਵੀ ਕੁਇਕਲੀ ਨਹੀਂ ਗੱਲ ਕਰਨੀ, ਬਹੁਤ ਫਾਸਟਲੀ, ਬਹੁਤ ਕੁਇਕਲੀ ਗੱਲ ਨਹੀਂ ਕਰਨੀ। ਕਿਉਂ? ਕਿਉਂਕਿ ਹੋ ਸਕਦਾ ਹੈ ਕਿ ਸਾਹਮਣੇ ਵਾਲਾ ਤੁਹਾਡੀ ਗੱਲ ਨਾ ਸਮਝ ਪਾਵੇ, ਠੀਕ ਹੈ। ਤਾਂ ਇੰਨਾ ਕੁ ਜ਼ਿਆਦਾ ਆਪਣੀ ਸਪੀਡ ਇੰਨੀ ਕੁ ਰੱਖਣੀ ਹੈ, ਬਹੁਤ ਜ਼ਿਆਦਾ ਸਲੋ ਵੀ ਨਹੀਂ ਹੋ ਜਾਣਾ ਕਿ ਸਾਹਮਣੇ ਵਾਲਾ ਸੌਂ ਹੀ ਜਾਵੇ ਤੁਹਾਡੀ ਗੱਲ ਸੁਣ ਕੇ, ਠੀਕ ਹੈ, ਉਹਦਾ ਇੰਟਰਸਟ ਹੀ ਖਤਮ ਹੋ ਜਾਏ, ਇੱਦਾਂ ਵੀ ਨਹੀਂ। ਔਰ ਬਹੁਤ ਜ਼ਿਆਦਾ ਫਾਸਟ, ਬਹੁਤ ਜ਼ਿਆਦਾ ਕੁਇਕ ਸਪੀਡ ਦੇ ਵਿੱਚ ਵੀ ਨਹੀਂ ਬੋਲਣਾ, ਠੀਕ ਹੈ, ਕਿ ਸਾਹਮਣੇ ਵਾਲੇ ਨੂੰ ਸਮਝ ਹੀ ਨਾ ਲੱਗੇ ਕਿ ਤੁਸੀਂ ਕੀ ਬੋਲਦੇ ਹੋ। ਨੋ, ਇੱਕ ਲਿਮਿਟਿਡ ਸਪੀਡ ਦੇ ਵਿੱਚ, ਮੀਡੀਅਮ ਸਪੀਡ ਦੇ ਵਿੱਚ ਤੁਸੀਂ ਬੋਲਣਾ, ਠੀਕ ਹੈ। ਦੂਸਰੀ ਚੀਜ਼, ਔਰ ਇਹਦੇ ਨਾਲ ਇੱਕ ਬਹੁਤ ਹੀ ਪੋਜ਼ੀਟਿਵ ਇੰਪੈਕਟ ਪੈਂਦਾ ਹੈ, ਠੀਕ ਹੈ। ਦੂਸਰੀ ਚੀਜ਼ ਕਿ ਤੁਹਾਡੀ ਵੋਲਿਊਮ, ਤੁਹਾਡੀ ਟੋਨ, ਜਿਹਨੂੰ ਆਪਾਂ ਇੰਟੋਨੇਸ਼ਨ ਬੋਲਦੇ ਹਾਂ, ਠੀਕ ਹੈ, ਇੰਟੋਨੇਸ਼ਨ ਬੋਲਦੇ ਹਾਂ, ਤਾਂ ਉਹ ਕੀ ਹੁੰਦੀ ਆ, ਰਾਈਜ਼ਿੰਗ ਔਰ ਲੋਅਰਿੰਗ ਦਾ ਟੋਨ। ਕਦੇ ਟੋਨ ਬਹੁਤ ਉੱਪਰ ਜਾਂਦੀ ਹੈ, ਕਦੇ ਟੋਨ ਨੀਚੇ ਜਾਂਦੀ ਹੈ, ਠੀਕ ਹੈ। ਤਾਂ ਇਹ ਚੀਜ਼ ਇੰਪੋਰਟੈਂਟ ਹੈ। ਦੇਖੋ, ਮੰਨ ਲਓ ਫੋਰ ਐਗਜ਼ਾਮਪਲ ਤੁਸੀਂ ਗੱਲ ਕਰ ਰਹੇ ਹੋ, ਤੁਸੀਂ
ਇੱਕ ਹੀ ਟੋਨ ਦੇ ਵਿੱਚ ਗੱਲ ਕਰੀ ਜਾਓ, ਤੁਸੀਂ ਕਿੱਦਾਂ ਤੁਸੀਂ ਲੱਗੋਗੇ? ਇੱਕ ਰੋਬੋਟ ਵਾਂਗੂ ਲੱਗੋਗੇ। ਜੋ ਰੋਬੋਟ ਹੁੰਦਾ ਹੈ ਨਾ, ਉਹ ਇੱਕ ਹੀ ਟੋਨ ਦੇ ਵਿੱਚ ਬੋਲਦਾ ਹੁੰਦਾ, ਤਾਂ ਵੀ ਆਰ ਨਾਟ ਰੋਬੋਟ, ਆਪਾਂ ਤਾਂ ਹਿਊਮਨ ਬੀਇੰਗਸ ਹਾਂ। ਠੀਕ ਹੈ, ਤਾਂ ਸਾਡੀ ਕਮਿਊਨੀਕੇਸ਼ਨ, ਸਾਡੇ ਵਰਬਲ ਕਮਿਊਨੀਕੇਸ਼ਨ ਇੰਨਾ ਕੁ ਸਟਰੋਂਗ, ਇੰਨਾ ਕੁ ਇੰਪੈਕਟਫੁਲ ਹੋਣਾ ਚਾਹੀਦਾ ਆ। ਉਹਦੇ ਲਈ ਸਾਡੀ ਟੋਨ ਮੈਟਰ ਕਰਦੀ ਹੈ ਬਹੁਤ। ਰਾਈਜ਼ਿੰਗ ਟੂ ਲੋਅਰ, ਲੋਅਰਿੰਗ ਟੂ ਰਾਈਜ਼ਿੰਗ। ਠੀਕ ਹੈ ਜੀ। ਦੂਸਰੀ ਚੀਜ਼, ਹਮੇਸ਼ਾ ਸ਼ਾਂਤ ਹੋ ਕੇ ਬੋਲਣਾ ਹੈ। ਕਈ ਵਾਰ ਨਾ ਆਪਾਂ ਬਹੁਤ ਜ਼ਿਆਦਾ ਖੁਸ਼ ਹੁੰਦੇ ਹਾਂ, ਕਈ ਵਾਰ ਬਹੁਤ ਸੈਡ ਹੁੰਦੇ ਹਾਂ। ਜਦੋਂ ਆਪਾਂ ਬਹੁਤ ਸੈਡ ਹੁੰਦੇ ਹਾਂ, ਉਦੋਂ ਆਪਣੀ ਟੋਨ ਚੇਂਜ ਹੋ ਜਾਂਦੀ ਹੈ। ਠੀਕ ਹੈ, ਆਪਣੇ ਬੋਲਣ ਦਾ ਤਰੀਕਾ ਬਦਲ ਜਾਂਦਾ ਹੈ। ਜਦੋਂ ਆਪਾਂ ਬਹੁਤ ਖੁਸ਼ ਹੁੰਦੇ, ਉਦੋਂ ਆਪਾਂ ਬਹੁਤ ਫਾਸਟ ਬੋਲਦੇ ਹਾਂ, ਬਿਕੋਜ਼ ਵੀ ਫੀਲ ਸੋ ਐਕਸਾਈਟਡ, ਹੈ ਨਾ। ਤਾਂ ਆਪਾਂ ਬਹੁਤ ਐਕਸਾਈਟਮੈਂਟ ਦੇ ਵਿੱਚ ਆ ਕੇ ਕਈ ਵਾਰ ਕੁਛ ਚੀਜ਼ਾਂ ਗਲਤ ਬੋਲ ਜਾਂਦੇ ਹਾਂ, ਫਾਸਟ ਬੋਲ ਜਾਂਦੇ ਹਾਂ। ਉਹ ਚੀਜ਼ ਨਹੀਂ ਕਰਨੀ। ਹਮੇਸ਼ਾ ਪਹਿਲਾਂ ਜਦੋਂ ਵੀ ਬੋਲਣਾ, ਹਮੇਸ਼ਾ ਸ਼ਾਂਤ ਹੋਵੋ ਪਹਿਲਾਂ। ਠੀਕ ਹੈ, ਯੂ ਨੀਡ ਟੂ ਟੇਕ ਅ ਡੀਪ ਬ੍ਰੈਥ, ਦੈਨ ਉਸ ਤੋਂ ਬਾਅਦ ਗੱਲ ਕਰੋ, ਉਸ ਤੋਂ ਬਾਅਦ ਬੋਲੋ। ਸਪੀਕ ਕਾਮਲੀ ਆਲਵੇਜ਼। ਠੀਕ ਹੈ ਜੀ। ਦੂਸਰੀ ਚੀਜ਼ ਵੋਲਿਊਮ ਬਹੁਤ ਮੈਟਰ ਕਰਦੀ ਹੈ। ਵੋਲਿਊਮ ਤੁਹਾਡੀ ਇੱਕ ਹੀ ਨਹੀਂ ਹੋਣੀ ਚਾਹੀਦੀ। ਕਿ ਮੰਨ ਲਓ ਕੰਪਿਊਟਰ ਹੈ, ਠੀਕ ਹੈ, ਜਾਂ ਫਿਰ ਮੋਬਾਈਲ ਫੋਨ ਹੈ, ਇਹ ਮਸ਼ੀਨਸ ਨੇ। ਤਾਂ ਇਹਨਾਂ ਦੀ ਅਗਰ ਆਪਾਂ ਇੱਕ ਵੋਲਿਊਮ ਸੈੱਟ ਕਰ ਦਿੱਤੀ, ਤਾਂ ਇਹਨਾਂ ਨੇ ਇਹੀ ਵੋਲਿਊਮ ਦੇ ਵਿੱਚ ਸਾਨੂੰ ਸੁਣਨਾ ਹੈ। ਠੀਕ ਹੈ, ਸਾਨੂੰ ਇਸੀ ਵੋਲਿਊਮ 'ਚ ਸੁਣਾਉਣਾ ਹੈ। ਲੇਕਿਨ ਆਪਾਂ ਹਿਊਮਨ ਬੀਇੰਗ, ਵੀ ਆਰ ਨਾਟ ਮਸ਼ੀਨਸ। ਤਾਂ ਸਾਡੀ ਵੋਲਿਊਮ ਜਿਹੜੀ ਹੈ, ਕਦੇ ਜ਼ਿਆਦਾ ਕਦੇ ਘੱਟ, ਗੱਲ ਦੇ ਮੁਤਾਬਿਕ ਹੋਣੀ ਚਾਹੀਦੀ ਹੈ। ਮਤਲਬ ਆਪਾਂ ਕੀ ਗੱਲ ਕਰ ਰਹੇ ਹਾਂ, ਠੀਕ ਹੈ, ਉਸ ਅਕੋਰਡਿੰਗ ਸਾਡੀ ਵੋਲਿਊਮ ਹੋਣੀ ਚਾਹੀਦੀ ਹੈ। ਬਹੁਤ ਜ਼ਿਆਦਾ ਉੱਚੀ ਵੋਲਿਊਮ ਨਹੀਂ ਕਰਨੀ, ਬਹੁਤ ਜ਼ਿਆਦਾ ਡਾਊਨ ਵੀ ਨਹੀਂ ਚੱਲ ਜਾਣਾ। ਔਰ ਇੱਦਾਂ ਵੀ ਨਹੀਂ ਕਰਨਾ ਕਿ ਕਈ ਵਾਰ ਬਹੁਤ ਉੱਚੀ ਬੋਲਦਾ, ਫਿਰ ਉਸ ਤੋਂ ਨੈਕਸਟ ਮੂਮੈਂਟ ਬਿਲਕੁਲ ਆ ਕੇ ਸਲੋ ਹੋ ਗਿਆ। ਠੀਕ ਹੈ, ਵੋਲਿਊਮ ਬਹੁਤ ਘੱਟ ਗਈ, ਇੱਦਾਂ ਵੀ ਨਹੀਂ ਕਰਨਾ। ਠੀਕ ਹੈ ਨਾ। ਤਾਂ ਇਹ ਚੀਜ਼ ਵੋਲਿਊਮ, ਟੋਨ, ਇਹ ਚੀਜ਼ ਬਹੁਤ ਮੈਟਰ ਕਰਦੀ ਹੈ। ਦੇਖਣ ਨੂੰ ਤਾਂ ਬਹੁਤ ਛੋਟੀਆਂ ਜਿਹੀਆਂ ਚੀਜ਼ਾਂ ਲੱਗਦੀਆਂ, ਲੇਕਿਨ ਮੈਟਰ ਬਹੁਤ ਕਰਦੀਆਂ ਨੇ। ਕਈ ਵਾਰ ਆਪਾਂ ਬਹੁਤ ਜ਼ਿਆਦਾ ਨਾ ਟੋਨ ਸਾਡੀ ਚੇਂਜ ਹੁੰਦੀ ਹੈ। ਕਈ ਵਾਰ ਬਹੁਤ ਉੱਚੀ ਬੋਲ ਰਹੇ ਹੁੰਦੇ ਆ, ਠੀਕ ਹੈ, ਤਾਂ ਉਹ ਕੀ ਲੱਗਦਾ ਆ ਕਿ ਇਹ ਸਾਹਮਣੇ ਵਾਲੇ ਨੂੰ ਸੁਣਨ ਲੱਗਦਾ ਕਿ ਕਿੰਨਾ ਚੀਕ ਰਿਹਾ ਯਾਰ, ਇਹ ਕਿੰਨਾ ਸ਼ੋਰ ਇਹਦਾ। ਕਈ ਵਾਰ ਬਹੁਤ ਹੌਲੀ ਬੋਲ ਦਿੰਦੇ ਆ, ਸਾਹਮਣੇ ਵਾਲੇ ਨੂੰ ਲੱਗਦਾ ਕਿ ਇਹ ਕਿੰਨਾ ਬੋਰਿੰਗ ਹੈ, ਜਾਂ ਫਿਰ ਅਸੀਂ ਇਹਨੂੰ ਸੁਣ ਹੀ ਨਹੀਂ ਪਾ ਰਹੇ, ਅਸੀਂ ਕੀ ਕਰੀਏ। ਠੀਕ ਹੈ ਨਾ। ਤਾਂ ਵੋਲਿਊਮ ਔਰ ਟੋਨ ਦੋਨੋਂ ਮੈਟਰ ਕਰਦੀਆਂ ਨੇ। ਫਿਰ ਉਸ ਤੋਂ ਬਾਅਦ ਹੈ ਇਮੋਸ਼ਨਸ। ਸਮਟਾਈਮਸ ਯੂ ਡੋਂਟ ਫੀਲ ਗੁੱਡ, ਯੂ ਫੀਲ ਸੋ ਸਟਰੈਸਡ ਔਰ ਡਿਪਰੈਸਡ। ਠੀਕ ਹੈ, ਉਸ ਟਾਈਮ 'ਤੇ ਕਈ ਵਾਰ ਆਪਾਂ ਨੂੰ ਰੋਣਾ ਵੀ ਆਉਂਦਾ ਹੈ, ਐਂਡ ਵੀ ਕਰਾਈ, ਐਂਡ ਦੇਅਰ ਇਜ਼ ਨਥਿੰਗ ਰੋਂਗ ਇਨ ਕਰਾਈਂਗ। ਠੀਕ ਹੈ, ਰੋਣ ਦੇ ਵਿੱਚ ਕੁਝ ਗਲਤ ਨਹੀਂ ਹੈ। ਦਿਸ ਇਜ਼ ਵਾਟ ਵੀ ਫੀਲ ਐਂਡ ਦਿਸ ਇਜ਼ ਹਾਊ ਵੀ ਐਕਸਪ੍ਰੈਸ ਦਿਸ ਥਿੰਗ। ਠੀਕ ਹੈ, ਤਾਂ ਹੋ ਸਕਦਾ ਹੈ ਕਿ ਕਦੇ ਇੱਦਾਂ ਇਮੋਸ਼ਨ ਸਾਡੇ ਹੋਣ ਔਰ ਸਾਨੂੰ ਬਹੁਤ ਰੋਣਾ ਆ ਰਿਹਾ ਹੋਵੇ, ਤਾਂ ਅਸੀਂ ਰੋਂਦੇ ਹਾਂ, ਦੈਟ ਇਜ਼ ਓਕੇ। ਬਟ ਜਦੋਂ ਵੀ ਤੁਸੀਂ ਕਦੇ ਪ੍ਰੋਫੈਸ਼ਨਲ ਲਾਈਫ 'ਚ ਹੋਵੋ, ਉਸ ਟਾਈਮ 'ਤੇ ਯੂ ਨੀਡ ਟੂ ਕੰਟਰੋਲ ਯੋਰ ਇਮੋਸ਼ਨਸ। ਠੀਕ ਹੈ, ਵੈਸੇ ਤਾਂ ਨਹੀਂ, ਮੈਂ ਬਿਲਕੁਲ ਵੀ ਨਹੀਂ ਕਹਿੰਦੀ ਹੁੰਦੀ ਕਿ ਰੋਣਾ ਨਹੀਂ ਚਾਹੀਦਾ। ਅਗਰ ਤੁਹਾਨੂੰ ਰੋਣਾ ਆ ਰਿਹਾ ਤਾਂ ਨਹੀਂ ਰੋਕੋ ਰੋਣੇ ਨੂੰ, ਨਹੀਂ। ਲੇਕਿਨ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ। ਠੀਕ ਹੈ ਨਾ। ਕਿਉਂਕਿ ਕਈ ਵਾਰ ਅਗਰ ਆਪਾਂ ਰੋਂਦੇ ਹਾਂ, ਤਾਂ ਇਹ ਇੱਕ ਤਰ੍ਹਾਂ ਸਾਡੇ ਸਾਈਨ ਆਫ ਥੋੜ੍ਹਾ ਜਿਹਾ ਸਾਈਨ ਆਫ ਵੀਕਨੈਸ ਦਾ ਹੋ ਜਾਂਦਾ ਹੈ, ਕਿ ਅਸੀਂ ਆਪਣੇ ਇਮੋਸ਼ਨਸ ਨੂੰ ਕੰਟਰੋਲ ਨਹੀਂ ਕਰ ਪਾਏ ਐਟ ਦੈਟ ਮੋਮੈਂਟ। ਔਰ ਇਸ ਲਈ ਸਾਹਮਣੇ ਵਾਲੇ ਨੂੰ ਕਈ ਵਾਰ ਲੱਗਦਾ ਹੈ ਕਿ ਦਿਸ ਪਰਸਨ ਇਜ਼ ਟਰਾਈਂਗ ਟੂ ਗੇਨ ਸਿੰਪੈਥੀ। ਠੀਕ ਹੈ, ਕੁਛ ਲੋਕ ਸਮਝਦੇ ਨੇ ਡਰਾਮਾ ਕਰ ਰਿਹਾ ਹੈ ਜਾਂ ਡਰਾਮਾ ਕਰ ਰਹੀ ਹੈ ਨਾ। ਤਾਂ ਇਟਸ ਬੈਟਰ ਟੂ ਕੰਟਰੋਲ ਯੋਰ ਇਮੋਸ਼ਨਸ ਐਟ ਯੋਰ ਵਰਕ ਪਲੇਸ। ਸਿੰਪਲ। ਜਦੋਂ ਵੀ ਬੈਡ ਫੀਲ ਕਰ ਰਹੇ ਹੋਵੋ, ਬੇਸ਼ੱਕ ਇਕੱਲੇ ਬੈਠ ਕੇ ਰੋਣਾ ਇਜ਼ ਬੈਟਰ, ਬਟ ਵਰਕ ਪਲੇਸ 'ਤੇ ਇਟਸ ਨੋਟ ਓਕੇ। ਠੀਕ ਹੈ, ਉਸ ਟਾਈਮ 'ਤੇ ਸਾਨੂੰ ਆਪਣੇ ਇਮੋਸ਼ਨਸ ਨੂੰ ਕੰਟਰੋਲ ਕਰਨਾ ਪੈਂਦਾ। ਔਰ ਇੰਨੇ ਕੁ ਮੈਂਟਲੀ ਸਟਰੋਂਗ ਹੋਣਾ ਜ਼ਰੂਰੀ ਹੈ ਕਿ ਅਸੀਂ ਆਪਣੇ ਇਮੋਸ਼ਨਸ ਨੂੰ ਕੰਟਰੋਲ ਕਰੀਏ, ਨਾ ਕਿ ਸਾਡੇ ਇਮੋਸ਼ਨਸ ਸਾਨੂੰ ਕੰਟਰੋਲ ਕਰਨ ਲੱਗ ਜਾਣ। ਠੀਕ ਹੈ, ਫਿਰ ਉੱਥੇ ਪ੍ਰੋਬਲਮ ਹੋਏਗੀ।
ਦੂਸਰੀ ਚੀਜ਼, ਕਈ ਵਾਰ ਆਪਾਂ ਬਹੁਤ ਖੁਸ਼ ਹੁੰਦੇ ਹਾਂ ਤਾਂ ਆਪਾਂ ਬਹੁਤ ਹੱਸਦੇ ਹਾਂ, ਬਹੁਤ ਉੱਚੀ ਉੱਚੀ ਹੱਸਦੇ ਹਾਂ, ਲਾਈਕ ਮੀ। ਤਾਂ ਜਦੋਂ ਵੀ ਮੈਂ ਖੁਸ਼ ਹੁੰਦੀ ਹਾਂ ਤਾਂ ਬਹੁਤ ਹੱਸਦੇ ਹਾਂ ਲਾਊਡਲੀ, ਹੈ ਨਾ। ਲੇਕਿਨ ਉਹ ਵੀ ਆਪਾਂ ਵਰਕ ਪਲੇਸ 'ਤੇ, ਪ੍ਰੋਫੈਸ਼ਨ ਦੇ ਵਿੱਚ ਥੋੜ੍ਹਾ ਕੰਟਰੋਲ ਕਰਨਾ। ਬਹੁਤ ਜ਼ਿਆਦਾ ਆਪਣੇ ਇਮੋਸ਼ਨਸ ਨੂੰ, ਬਹੁਤ ਜ਼ਿਆਦਾ ਐਕਸਾਈਟਮੈਂਟ 'ਚ ਆ ਕੇ ਇਮੋਸ਼ਨਸ ਨੂੰ ਐਕਸਪ੍ਰੈਸ ਨਹੀਂ ਕਰਨਾ। ਇਮੋਸ਼ਨਸ ਨੂੰ ਐਕਸਪ੍ਰੈਸ ਕਰਨਾ ਜ਼ਰੂਰੀ ਹੈ, ਕਰਨਾ ਵੀ ਚਾਹੀਦਾ ਹੈ, ਲੇਕਿਨ ਬਹੁਤ ਜ਼ਿਆਦਾ ਨਹੀਂ। ਬਸ ਇੰਨਾ ਕੁ ਫ਼ਰਕ ਹੈ ਕਿ ਬਹੁਤ ਜ਼ਿਆਦਾ ਖੁਸ਼ ਹੋ ਤਾਂ ਬਹੁਤ ਜ਼ਿਆਦਾ ਐਕਸਾਈਟਮੈਂਟ ਦਿਖਾਉਣ ਲੱਗ ਜਾਓ, ਬਹੁਤ ਜ਼ਿਆਦਾ ਐਕਸਾਈਟਡ ਹੋ ਜਾਓ, ਨਹੀਂ। ਠੀਕ ਹੈ, ਬਸ ਇੰਨਾ ਕੁ ਧਿਆਨ ਰੱਖਣਾ। ਅਦਰਵਾਈਜ਼ ਐਕਸਪ੍ਰੈਸਿੰਗ ਇਮੋਸ਼ਨਸ ਇਜ਼ ਨੋਟ ਬੈਡ ਥਿੰਗ। ਠੀਕ ਹੈ, ਦੇਰ ਇਜ਼ ਨਥਿੰਗ ਰੋਂਗ ਇਨ ਐਕਸਪ੍ਰੈਸਿੰਗ ਯੋਰ ਇਮੋਸ਼ਨਸ। ਓਕੇ, ਦੈਨ ਉਸ ਤੋਂ ਬਾਅਦ ਵੀ ਹੈਵ ਐਨੰਸੀਏਸ਼ਨ। ਹੁਣ ਤੁਸੀਂ ਕਹੋਗੇ ਕਿ ਪ੍ਰੋਨੰਸੀਏਸ਼ਨ ਔਰ ਐਨੰਸੀਏਸ਼ਨਸ ਬੋਥ ਆਰ ਸੇਮ। ਨੋ, ਪ੍ਰੋਨੰਸੀਏਸ਼ਨ ਇਜ਼ ਡਿਫਰੈਂਟ, ਐਨੰਸੀਏਸ਼ਨ ਇਜ਼ ਆਲਸੋ ਡਿਫਰੈਂਟ। ਦੇਖੋ ਪ੍ਰੋਨੰਸੀਏਸ਼ਨ ਕੀ ਹੈ? ਪ੍ਰੋਨੰਸੀਏਸ਼ਨ ਮੀਨਸ ਟੂ ਸੇ ਆਊਟ ਅ ਵਰਡ ਕਰੈਕਟਲੀ, ਕਿਸੇ ਵਰਡ ਨੂੰ ਸਹੀ ਤਰੀਕੇ ਦੇ ਨਾਲ ਪ੍ਰੋਨਾਊਂਸ ਕਰਨਾ। ਠੀਕ ਹੈ, ਉਹ ਹੁੰਦਾ ਪ੍ਰੋਨੰਸੀਏਸ਼ਨ। ਬਟ ਵਾਟ ਐਨੰਸੀਏਸ਼ਨ ਇਜ਼, ਇਟ ਮੀਨਸ ਟੂ ਸੇ ਆਊਟ ਅ ਵਰਡ ਕਲੀਅਰਲੀ। ਪ੍ਰੋਨੰਸੀਏਸ਼ਨ ਤੁਸੀਂ ਠੀਕ ਬੋਲੀ ਉਹਦੀ, ਲੇਕਿਨ ਕਲੀਅਰ ਹੋਵੇ ਕਿ ਸਾਹਮਣੇ ਵਾਲਾ ਲਿਸਨਰ ਜੋ ਹੈ ਉਹ ਸੁਣ ਪਾਵੇ ਔਰ ਸਮਝ ਪਾਵੇ। ਠੀਕ ਹੈ, ਕਲੀਅਰ ਹੋਣ ਦਾ ਮਤਲਬ ਇਹ ਹੈ ਕਿ ਲਿਸਨਰ ਨੂੰ ਉਹ ਵਰਡ, ਤੁਹਾਡੀ ਗੱਲ ਸਮਝ ਆਵੇ। ਓਕੇ, ਸੋ ਇਸ ਲਈ ਹਮੇਸ਼ਾ ਕਲੀਅਰਲੀ ਬੋਲਣਾ ਹੈ, ਕਦੇ ਵੀ ਬੋਲੋ। ਕਈ ਵਾਰ ਨਾ ਕੁਛ ਲੋਕ ਹੁੰਦੇ ਨੇ ਜੋ ਕੁਛ ਗੱਲਾਂ ਨਾ ਮੂੰਹ ਵਿੱਚ ਹੀ ਕਹਿ ਜਾਂਦੇ ਨੇ, ਤਾਂ ਉਹ ਨਹੀਂ ਹੋਣਾ ਚਾਹੀਦਾ। ਉਹ ਚੀਜ਼ ਤਾਂ ਬਿਲਕੁਲ ਠੀਕ ਨਹੀਂ ਹੈਗੀ। ਠੀਕ ਹੈ, ਬਹੁਤ ਸਾਰੇ ਲਿਸਨਰਸ ਜਿਹੜੇ ਨੇ ਤੁਹਾਡੀਆਂ ਬਹੁਤ ਸਾਰੀਆਂ ਚੀਜ਼ਾਂ ਗ੍ਰੈਬ ਕਰਨ ਤੋਂ ਰਹਿ ਜਾਂਦੇ ਆ, ਸਮਝਣ ਤੋਂ ਰਹਿ ਜਾਂਦੇ ਆ। ਇਸ ਕਰਕੇ ਕਈ ਵਾਰ ਕੁਛ ਲੋਕਾਂ ਦੀ ਆਦਤ ਹੁੰਦੀ ਹੈ ਕਿ ਪਹਿਲਾਂ ਉਹਨਾਂ ਨੇ ਬਹੁਤ ਉੱਚੀ ਬੋਲਣਾ ਹੈ, ਲੇਕਿਨ ਜਦੋਂ ਲਾਸਟ ਵਰਡ ਆਉਣਾ ਉਹਨਾਂ ਨੇ ਬਿਲਕੁਲ ਡਾਊਨ ਹੋ ਜਾਣਾ। ਤਾਂ ਉਸ ਟਾਈਮ 'ਤੇ ਉਹ ਵੀ ਗਲਤ ਹੈ, ਕਿਉਂਕਿ ਲਾਸਟ ਵਰਡ ਤਾਂ ਸਾਨੂੰ ਸਮਝ ਹੀ ਨਹੀਂ ਆਇਆ। ਗੱਲ ਚਾਹੇ ਜਿਹੜੀ ਮਰਜ਼ੀ ਹੋਵੇ, ਚਾਹੇ ਸੈਂਟੈਂਸ ਛੋਟਾ ਹੈ ਚਾਹੇ ਵੱਡਾ ਆ, ਹਰ ਇੱਕ ਵਰਡ ਮੈਟਰ ਕਰਦਾ। ਠੀਕ ਹੈ, ਜਿੱਦਾਂ ਮੰਨ ਲਓ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਐਨੰਸੀਏਸ਼ਨ ਟੂ ਸੇ ਆਊਟ ਅ ਵਰਡ ਕਲੀਅਰਲੀ, ਇਹ ਮੈਂ ਹੁਣ ਕੁਛ ਮੂੰਹ 'ਚ ਹੀ ਕਹਿ ਗਈ, ਤੁਹਾਨੂੰ ਸਮਝ ਹੀ ਨਹੀਂ ਆਇਆ। ਬਟ ਲਾਸਟ ਵਰਡ ਹੈਗਾ ਆ ਕਹਿਣਾ, ਲਾਸਟ ਵਰਡ, ਬਟ ਲਾਸਟ ਵਰਡ ਹੀ ਤਾਂ ਇੰਪੋਰਟੈਂਟ ਹੈ, ਕਲੀਅਰਲੀ, ਹੈ ਨਾ। ਤੋ ਇੱਦਾਂ ਵੀ ਨਹੀਂ ਕਰਨਾ ਕਿ ਪਹਿਲਾਂ ਬਹੁਤ ਵੋਲੀਅਮ ਉੱਚੀ ਕਰਕੇ ਬਾਅਦ ਵਿੱਚ ਬਿਲਕੁਲ ਨੀਚੇ ਆਏ, ਜਾਂ ਫਿਰ ਕੁਛ ਵਰਡਸ ਜਿਹੜੇ ਆ ਉਹ ਕਲੀਅਰ ਨਹੀਂ ਬੋਲਣੇ। ਤੋ ਐਨੰਸੀਏਸ਼ਨ 'ਤੇ ਵੀ ਧਿਆਨ ਦੇਣਾ। ਠੀਕ ਹੈ, ਫਿਰ ਉਸ ਤੋਂ ਬਾਅਦ ਹੈ ਆਪਣੇ ਕੋਲ ਕਿ ਪੁਆਇੰਟ 'ਤੇ ਆਉਣਾ। ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਵਰਬਲ ਕਮਿਊਨੀਕੇਸ਼ਨ ਦੇ ਵਿੱਚ। ਕੁਛ ਲੋਕ ਨਾ ਬਹੁਤ ਅੱਛੇ ਸਪੀਕਰ ਹੁੰਦੇ ਆ, ਬਹੁਤ ਅੱਛਾ ਬੋਲ ਲੈਂਦੇ ਆ, ਬੜਾ ਲੰਬਾ ਟਾਈਮ ਤੱਕ ਬੋਲ ਲੈਂਦੇ ਆ। ਠੀਕ ਹੈ, ਕਾਫੀ ਲੰਬੇ ਟਾਈਮ ਤੱਕ ਬੋਲ ਲੈਂਦੇ ਆ, ਲੇਕਿਨ ਪ੍ਰੋਬਲਮ ਇਹ ਹੁੰਦੀ ਹੈ ਕਿ ਉਹਨਾਂ ਦੀ ਕਿ ਉਹ ਪੁਆਇੰਟ 'ਤੇ ਨਹੀਂ ਆਉਂਦੇ, ਜਲਦੀ ਪੁਆਇੰਟ 'ਤੇ ਨਹੀਂ ਆਉਂਦੇ ਉਹ। ਠੀਕ ਹੈ, ਤਾਂ ਜੋ ਲਿਸਨਰਸ ਨੇ ਉਹ ਤਾਂ ਬੋਰ ਹੋਣਗੇ ਨਾ, ਕਿਉਂਕਿ ਕੁਛ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਗੱਲ ਨੂੰ ਘੁਮਾਈ ਜਾਣਾ, ਲੇਕਿਨ ਪੁਆਇੰਟ 'ਤੇ ਨਹੀਂ ਆਉਣਾ। ਬਟ ਪੁਆਇੰਟ 'ਤੇ ਆਉਣਾ ਜ਼ਰੂਰੀ ਹੈ। ਠੀਕ ਹੈ, ਤਾਂ ਇਸ ਲਈ ਪੁਆਇੰਟ 'ਤੇ ਜ਼ਰੂਰ ਆਓ। ਉਸ ਤੋਂ ਪਹਿਲਾਂ ਕੋਈ ਗੱਲ ਹੈ ਅਗਰ ਉਹ ਇੰਪੋਰਟੈਂਟ ਹੈ ਤਾਂ ਉਹ ਦੱਸੋ, ਫਿਰ ਉਸ ਤੋਂ ਬਾਅਦ ਪੁਆਇੰਟ 'ਤੇ ਜਲਦੀ ਆਉਣਾ ਜ਼ਰੂਰੀ ਹੈ। ਵੈਸੇ ਤਾਂ ਪੁਆਇੰਟ 'ਤੇ ਬਹੁਤ ਜਲਦੀ ਆਉਣਾ ਜ਼ਰੂਰੀ ਹੈ, ਲੇਕਿਨ ਅਗਰ ਕੁਛ ਚੀਜ਼ਾਂ ਪੁਆਇੰਟ ਤੋਂ ਪਹਿਲਾਂ ਇੰਪੋਰਟੈਂਟ ਨੇ ਤਾਂ ਉਹ ਵੀ ਦੱਸਣੀਆਂ ਜ਼ਰੂਰੀ ਨੇ। ਤਾਂ ਇਸ ਲਈ ਜਲਦੀ ਪੁਆਇੰਟ 'ਤੇ ਆਉਣਾ ਬੈਟਰ ਹੈ। ਓਕੇ, ਦੈਨ ਪੌਜ਼। ਗੱਲ ਕਰਦੇ ਟਾਈਮ ਪੌਜ਼ ਲੈਣਾ ਜ਼ਰੂਰੀ ਹੈ। ਬਹੁਤ ਲੰਬਾ ਪੌਜ਼ ਵੀ ਨਹੀਂ ਲੈ ਲੈਣਾ, ਲਾਈਕ 1 ਮਿੰਟ ਦਾ ਪੌਜ਼ ਹੋ ਗਿਆ ਉਹ ਤਾਂ ਬਹੁਤ ਲੰਬਾ ਹੋ ਜਾਏਗਾ। 30 ਸੈਕਿੰਡਸ ਦਾ ਪੌਜ਼ ਹੋ ਗਿਆ ਉਹ ਵੀ ਬਹੁਤ ਲੰਬਾ ਹੋ ਜਾਏਗਾ। ਠੀਕ ਹੈ, ਤਾਂ ਬਹੁਤ ਲੰਬਾ ਪੌਜ਼ ਨਹੀਂ ਲੈਣਾ, ਲਾਈਕ 3 to 4 ਸੈਕਿੰਡਸ, 3 ਤੋਂ 4 ਸੈਕਿੰਡ ਠੀਕ ਨੇ, ਜਾਂ 2 ਤੋਂ 3 ਸੈਕਿੰਡ ਠੀਕ ਨੇ। ਠੀਕ ਹੈ, ਕਈ ਵਾਰ ਨਾ ਕੁਛ ਲੋਕ ਕੀ ਕਰਦੇ ਨੇ ਕਿ ਕਿਸੇ ਦੀ ਸਪੀਕਿੰਗ ਅੱਛੀ ਹੈ, ਯਾਨੀ ਕਿ ਹੀ ਔਰ ਸ਼ੀ ਇਜ਼ ਅ ਗੁੱਡ ਸਪੀਕਰ,
ਬਹੁਤ ਅੱਛਾ ਬੋਲ ਲੈਂਦੇ ਨੇ, ਬਹੁਤ ਅੱਛਾ ਸਮਝਾ ਦਿੰਦੇ ਨੇ ਸਾਹਮਣੇ ਵਾਲੇ ਨੂੰ, ਲੇਕਿਨ ਪੌਜ਼ ਲੈਂਦੇ ਨੇ ਲੰਬਾ, ਬਹੁਤ ਵੱਡਾ ਪੌਜ਼ ਲੈ ਲੈਂਦੇ ਨੇ। ਅਤੇ ਜਦੋਂ ਤੁਸੀਂ ਬਹੁਤ ਵੱਡਾ ਪੌਜ਼ ਲੈ ਲੈਂਦੇ ਹੋ ਤਾਂ ਲਿਸਨਰ ਕੀ ਹੁੰਦਾ ਹੈ, ਜਿਹੜੇ ਲਿਸਨਰ ਨੇ, ਜੋ ਤੁਸੀਂ ਲਿਸਨਰ ਤੁਹਾਡੀ ਪਿਛਲੀ ਗੱਲ ਨੂੰ ਅਤੇ ਤੁਹਾਡੀ ਅਗਲੀ ਪੌਜ਼ ਤੋਂ ਅਗਲੀ ਗੱਲ ਨੂੰ ਕਨੈਕਟ ਨਹੀਂ ਕਰ ਪਾਉਂਦਾ। ਠੀਕ ਹੈ, ਤੋ ਜਸਟ ਟੂ ਮੇਕ ਦੈਮ ਕਨੈਕਟਡ ਵਿਦ ਯੋਰ ਸਪੀਕਿੰਗ ਥਿੰਗ, ਜੋ ਵੀ ਤੁਸੀਂ ਬੋਲ ਰਹੇ ਹੋ, ਵਿਦ ਯੋਰ ਕੰਟੈਂਟ ਜਾਂ ਜੋ ਵੀ ਹੈ, ਤਾਂ ਉਹਦੇ ਲਈ ਪੌਜ਼ ਜਿਹੜਾ ਹੈ ਨਾ ਉਹ ਮੀਡੀਅਮ ਰੱਖੋ, ਉਹਨੂੰ ਬਹੁਤ ਲੰਬਾ ਪੌਜ਼ ਨਾ ਕਰੋ। ਅਤੇ ਪੌਜ਼ ਨਹੀਂ ਲੈਣਾ ਵੀ ਗਲਤ ਹੈ, ਪੌਜ਼ ਲੈਣਾ ਜ਼ਰੂਰੀ ਹੈ। ਕਈ ਵਾਰ ਫਾਸਟਲੀ ਬੋਲਦੇ ਜਾਓ। ਅਗਰ ਮੈਂ ਹੁਣ ਤੁਹਾਨੂੰ ਸਮਝਾ ਰਹੀ ਹਾਂ ਤਾਂ ਮੈਂ ਬੋਲੀ ਜਾਵਾਂ ਕਿ ਫਸਟ ਪੁਆਇੰਟ ਇਜ਼ ਦਿਸ, ਦੈਨ ਸੈਕਿੰਡ ਪੁਆਇੰਟ ਇਜ਼ ਦਿਸ, ਦੈਨ ਥਰਡ ਪੁਆਇੰਟ ਇਜ਼ ਦਿਸ, ਨੋ। ਸੋ ਉਹਦੇ ਲਈ ਵੀ ਪੌਜ਼ ਲੈਣਾ ਜ਼ਰੂਰੀ ਹੈ। ਠੀਕ ਹੈ, ਤਾਂ ਇਹ ਕੁਛ ਚੀਜ਼ਾਂ ਨੇ ਜਿਹੜੀਆਂ ਤੁਸੀਂ ਵਰਬਲ ਕਮਿਊਨੀਕੇਸ਼ਨ ਦੇ ਟਾਈਮ 'ਤੇ ਧਿਆਨ 'ਚ ਰੱਖਣੀਆਂ ਨੇ। ਠੀਕ ਹੈ ਜੀ, ਕਿਸੇ ਨੂੰ ਕੋਈ ਡਾਊਟ, ਕੋਈ ਕੁਐਸਚਨ? ਹਾਂਜੀ, ਕੋਈ ਵੀ ਡਾਊਟ ਨਹੀਂ? ਤੁਸੀਂ ਕੁਝ ਵੀ ਨਹੀਂ ਪੁੱਛਣਾ ਚਾਹੁੰਦੇ? क्लियर है? ठीक है जी, बहुत अच्छी बात अगर क्लियर है। अच्छा, कुछ और पूछना चाहते हो इसके रिलेटेड? जब ना हम स्टूडेंट हुआ करते थे तो हमें ना बड़ी क्यूरियोसिटी हुआ करती थी। अगर मैम ने या सर ने एक टॉपिक स्टार्ट कर दिया तो हमने बड़ी उससे रिलेटेड, हम अगर जितना उन्होंने पढ़ाया ठीक है, उससे रिलेटेड अगर हमारे माइंड में कोई और क्वेश्चन है तो हम 1 मिनट में पूछते थे कि ऐसा क्यों। ਹੁਣ ਤੁਹਾਨੂੰ ਮੈਂ ਇੰਨੀਆਂ ਚੀਜ਼ਾਂ ਦੱਸੀਆਂ, ਤੁਸੀਂ ਮੈਨੂੰ ਇੱਕ ਨਹੀਂ ਪੁੱਛਿਆ ਕਿ ਮੈਮ ਇੱਦਾਂ ਕਿਉਂ। ਅਗਰ ਅਸੀਂ ਹੱਸ ਲੈਂਦੇ ਹਾਂ, ਇਮੋਸ਼ਨਸ ਐਕਸਪ੍ਰੈਸ ਕਰ ਦਿੰਦੇ ਤਾਂ ਪ੍ਰੋਬਲਮ ਕੀ ਹੈ ਉਹਦੇ 'ਚ? ਅਗਰ ਅਸੀਂ ਰੋ ਪੈਂਦੇ ਤਾਂ ਪ੍ਰੋਬਲਮ ਕੀ ਹੈ? ਇੱਦਾਂ ਕੁਛ ਵੀ ਨਹੀਂ ਹੁੰਦਾ ਤੁਹਾਡੇ ਮਾਈਂਡ ਵਿੱਚ? ਸੋਚਿਆ ਕਰੋ ਇੱਦਾਂ ਦੀਆਂ ਚੀਜ਼ਾਂ ਔਰ ਪੁੱਛਿਆ ਕਰੋ। ठीक है, क्यों डर लगता है? डर क्यों लगता है? ओहो, देखो मैं अपनी क्लास ਦਾ ਦੱਸਦੀ ਹਾਂ। आई एम नॉट श्योर अबाउट दी अदर टीचर्स, बट मेरी क्लास ਦੇ ਵਿੱਚ ਮੈਂ ਬਾਕੀ ਹੁਣ ਤੱਕ ਜਿੰਨੇ ਬੱਚਿਆਂ ਨੂੰ ਪੜ੍ਹਾਉਂਦੀ ਆਈ ਹਾਂ, ਠੀਕ ਹੈ, ਹਰ ਇੱਕ ਦੇ ਨਾਲ ਤੁਸੀਂ ਚਾਹੇ ਉਹਨਾਂ ਨੂੰ ਪੁੱਛ ਲਓ, ਹਰ ਇੱਕ ਕਲਾਸ ਦੇ ਵਿੱਚ ਬੱਚਿਆਂ ਦੇ ਨਾਲ ਮੇਰੀ ਕਲਾਸ ਕਦੇ ਨਹੀਂ ਹੁੰਦੀ, ਲੈਕਚਰ ਕਦੇ ਨਹੀਂ ਹੁੰਦਾ, ਸਾਡਾ ਹਮੇਸ਼ਾ ਇੰਟਰੈਕਟਿਵ ਕਲਾਸ ਹੁੰਦੀ ਹੈ। ਮੈਂ ਅਗਰ ਉਹਨਾਂ ਨੂੰ ਕੁਝ ਕਹਿੰਦੀ ਹਾਂ, ਉਹਨਾਂ ਨੂੰ ਮੇਰੀ ਗੱਲ ਠੀਕ ਨਹੀਂ ਲੱਗਦੀ ਨਾ, ਉਹ ਉਸੇ ਟਾਈਮ ਕਹਿੰਦੇ ਨੇ, ਕਿਉਂਕਿ ਉਹਨਾਂ ਨੂੰ ਮੈਂ ਕਿਹਾ ਹੋਇਆ ਆ ਕਿ ਤੁਸੀਂ ਦੱਸੋ ਜੇ ਤੁਹਾਨੂੰ ਇੱਦਾਂ ਨਹੀਂ ਲੱਗਦਾ ਤਾਂ ਤੁਹਾਨੂੰ ਹੋਰ ਕਿੱਦਾਂ ਲੱਗਦਾ ਆ। ਅਤੇ ਉਹ ਕਹਿਣਗੇ ਕਿ ਮੈਮ ਸਾਨੂੰ ਇੱਦਾਂ ਲੱਗਦਾ ਆ, ਤਾਂ ਫਿਰ ਅਸੀਂ ਉਹਦੇ 'ਤੇ ਡਿਸਕਸ਼ਨ ਕਰਦੇ ਹਾਂ ਕਿ ਹਾਂ ਇੱਦਾਂ ਵੀ ਹੋ ਸਕਦਾ ਆ, ਤੁਸੀਂ ਵੀ ਠੀਕ ਹੋ, ਕਿਉਂਕਿ ਇਹ ਜ਼ਰੂਰੀ ਨਹੀਂ ਆ ਕਿ ਮੈਂ ਹਮੇਸ਼ਾ ਸਹੀ ਹੋਵਾਂ, ਹੈ ਨਾ। ਤਾਂ ਮੈਂ ਤਾਂ ਬਿਲਕੁਲ ਪਰਫੈਕਟ ਨਹੀਂ ਹੈਗੀ, ਇੱਥੇ ਕੋਈ ਵੀ ਪਰਫੈਕਟ ਨਹੀਂ ਹੁੰਦਾ, ਵਰਲਡ ਦੇ ਵਿੱਚ ਕੋਈ ਪਰਫੈਕਟ ਨਹੀਂ ਆ ਪੂਰੀ ਦੁਨੀਆ 'ਚ। ਤਾਂ ਇਹ ਤਾਂ ਬਿਲਕੁਲ ਨਾ ਸੋਚੋ ਕਿ ਸਾਨੂੰ ਡਰ ਲੱਗਦਾ। ਮੈਂ ਤਾਂ ਤੁਹਾਨੂੰ ਕਹਿੰਦੀ ਹਾਂ ਕਿ ਬੋਲੋ ਬੋਲੋ ਬੋਲੋ। ਈਵਨ ਕਲਾਸ ਦੇ ਵਿੱਚ ਹਾਸਾ ਮਜ਼ਾਕ ਵੀ ਚੱਲਦਾ ਹੈ, ਠੀਕ ਹੈ, ਤਾਂ ਇਹ ਤਾਂ ਡਰਨ ਵਾਲੀ ਕੋਈ ਗੱਲ ਹੀ ਨਹੀਂ ਹੈ। ਤੁਸੀਂ ਪੁੱਛਿਆ ਕਰੋ ਜੋ ਤੁਹਾਡੇ ਮਨ 'ਚ ਕੁਐਸਚਨ ਹੈ, ਕਿਉਂਕਿ ਮੈਨੂੰ ਨਾ ਆਪਣੀ ਕਲਾਸ ਇੰਟਰੈਕਟਿਵ ਰੱਖਣੀ ਪਸੰਦ ਹੈ। ਮੈਂ ਹਮੇਸ਼ਾ ਕਹਿੰਦੀ ਹੁੰਦੀ ਬੱਚਿਆਂ ਨੂੰ, ਜਦੋਂ ਵੀ ਤੁਹਾਨੂੰ ਕੁਛ ਲੱਗਦਾ ਹੈ ਕਿ ਅਸੀਂ ਗੱਲ ਕਰਨੀ ਹੈ, ਮੈਮ ਮਾਈਕ ਔਨ ਕਰੋ, ਬੋਲੋ ਬਸ ਜਦੋਂ ਮਰਜ਼ੀ। ਤੁਸੀਂ ਹੁਣ ਅਗਰ ਤੁਸੀਂ ਹੁਣ ਤੋਂ ਸਟਾਰਟ ਕਰੋਗੇ ਨਾ ਆਪਣੀ ਗੱਲ ਆਪਣੀ ਗੱਲ ਰੱਖਣੀ ਸਟਾਰਟ ਕਰੋ ਹੁਣ ਤੋਂ ਹੀ, ਤਾਂ ਹੀ ਤੁਸੀਂ ਅੱਗੇ ਜਾ ਕੇ ਆਪਣਾ ਪੁਆਇੰਟ ਰੱਖ ਪਾਓਗੇ ਕੌਨਫੀਡੈਂਟਲੀ। ਜੇ ਤੁਸੀਂ ਹੁਣ ਹੀ ਡਰੀ ਗਏ ਫਿਰ ਤੁਸੀਂ ਅੱਗੇ ਜਾ ਕੇ ਵੀ ਡਰੀ ਜਾਣਾ।
ਕਿਉਂਕਿ ਕਈ ਵਾਰ ਕੀ ਹੁੰਦਾ ਨਾ, ਜਦੋਂ ਤੁਸੀਂ ਪ੍ਰੋਫੈਸ਼ਨ 'ਚ ਜਾਂਦੇ ਹੋ, ਮੰਨ ਲਓ ਫੋਰ ਐਗਜ਼ਾਮਪਲ ਤੁਹਾਡੀ ਮੀਟਿੰਗ ਹੋ ਰਹੀ ਹੈ, ਠੀਕ ਹੈ, ਤਾਂ ਉਸ ਮੀਟਿੰਗ ਦੇ ਵਿੱਚ ਤੁਸੀਂ ਵੀ ਬੈਠੇ ਹੋ। ਮੀਟਿੰਗ ਦੇ ਵਿੱਚ ਸਭ ਨੇ ਆਪਣੀ ਆਪਣੀ ਰਾਏ ਦਿੱਤੀ, ਸਭ ਨੂੰ ਲੱਗਾ ਕਿ ਇੱਦਾਂ। ਤੁਹਾਨੂੰ ਕਿਸੇ ਨੇ ਅਗਰ ਪੁੱਛ ਲਿਆ ਕਿ ਹਾਂਜੀ ਤੁਹਾਨੂੰ ਕੀ ਲੱਗਦਾ ਹੈ, ਤੁਸੀਂ ਅਗਰ ਤੁਸੀਂ ਨਹੀਂ ਕਹੋਗੇ ਕੁਝ ਵੀ, ਤਾਂ ਤੁਸੀਂ ਜਿੱਦਾਂ ਜਿੱਦਾਂ ਸਭ ਨੇ ਕਿਹਾ ਤੁਹਾਨੂੰ ਉੱਦਾਂ ਉੱਦਾਂ ਕਰਨਾ ਪੈਣਾ। ਤੁਸੀਂ ਆਪਣਾ ਤਾਂ ਪੁਆਇੰਟ ਰੱਖਿਆ ਹੀ ਨਹੀਂ ਕਿ ਮੈਨੂੰ ਇੱਦਾਂ ਲੱਗਦਾ ਹੈ, ਔਰ ਹੋ ਸਕਦਾ ਹੈ ਕਿ ਤੁਹਾਡਾ ਪੁਆਇੰਟ ਬਹੁਤ ਸਟਰੋਂਗ ਹੋਵੇ ਬਾਕੀਆਂ ਨਾਲੋਂ, ਹੈ ਨਾ। ਤਾਂ ਇਸ ਲਈ ਕੌਨਫੀਡੈਂਸ ਲੈ ਕੇ ਆਓ ਆਪਣਾ ਪੁਆਇੰਟ ਰੱਖਣ ਲਈ, ਔਰ ਸਵਾਲ ਕਰਨ ਦੇ ਲਈ, ਕੁਐਸਚਨ ਕਰਨ ਦੇ ਲਈ। ਜਿਸ ਦਿਨ ਆਪਣੇ ਅੰਦਰ ਕੁਐਸਚਨ ਕਰਨ ਦੀ ਕਿਉਰਿਓਸਿਟੀ ਖਤਮ ਹੋ ਗਈ ਨਾ, ਤਾਂ ਉਹ ਕੋਈ ਫਾਇਦਾ ਨਹੀਂ ਹੁੰਦਾ ਬੱਚੇ ਪੜ੍ਹਾਈ ਦਾ ਵੀ। ਹਮੇਸ਼ਾ ਕੁਐਸਚਨਸ ਕਰਨਾ ਜ਼ਰੂਰੀ ਹੈ। ਪਤਾ ਤਾਂ ਲੱਗਦਾ ਨਾ ਕਿ ਹਾਂ ਕਿ ਬੱਚੇ ਦੇ ਮਨ 'ਚ ਇਹ ਚੱਲ ਰਿਹਾ। ਤਾਂ ਡਰਿਆ ਨਾ ਕਰੋ, ਠੀਕ ਹੈ। ਜਦੋਂ ਤੁਸੀਂ ਆਪਣਾ ਪੁਆਇੰਟ ਰੱਖਣਾ ਸਿੱਖੋਗੇ ਨਾ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੀ ਔਰ ਤੁਹਾਡੇ ਪੁਆਇੰਟ ਦੀ ਬਹੁਤ ਵੈਲਿਊ ਹੈ। ਇਹ ਨਹੀਂ ਹੈਗਾ ਬਿਲਕੁਲ ਵੀ ਕਿ ਇੱਥੇ ਮੈਂ ਟੀਚਰ ਹਾਂ ਔਰ ਸਿਰਫ ਮੈਂ ਹੀ ਬੋਲਣਾ ਆ, ਅਤੇ ਜੋ ਮੈਂ ਤੁਹਾਨੂੰ ਦੱਸਦਾ ਆ ਅਤੇ ਉਹੀ ਸਹੀ ਹੈ, ਅਤੇ ਉਹ ਤੁਹਾਨੂੰ ਵੀ ਉਹੀ ਮੰਨਣਾ ਪੈਣਾ। ਨਹੀਂ, ਹੋ ਸਕਦਾ ਤੁਹਾਨੂੰ ਵੀ ਕੁਛ ਅਲੱਗ ਲੱਗਦਾ ਹੋਏ, ਤੁਸੀਂ ਮੈਨੂੰ ਕਿਹਾ ਕਰੋ ਕਿ ਮੈਮ ਸਾਨੂੰ ਇੱਦਾਂ ਲੱਗਦਾ ਆ, ਠੀਕ ਹੈ। ਹੁਣ ਮੈਂ ਤੁਹਾਨੂੰ ਕੀ ਕਹਿ ਕੇ ਹਟੀ ਇੱਥੇ, ਕਿ ਇਮੋਸ਼ਨਸ ਜਿਹੜੇ ਨੇ ਨਾ ਆਪਣੇ, ਤੁਸੀਂ ਬਹੁਤ ਜ਼ਿਆਦਾ ਐਕਸਾਈਟਮੈਂਟ ਦੇ ਵਿੱਚ ਨਹੀਂ ਆਉਣਾ, ਐਕਸਾਈਟਿਡ ਨਹੀਂ ਹੋਣਾ। ਤੁਹਾਡੇ ਵਿੱਚੋਂ ਕਿਸੇ ਨੂੰ ਲੱਗਦਾ ਹੀ ਹੋਏਗਾ ਕਿ ਮੈਮ ਅਸੀਂ ਤਾਂ ਹੋ ਜਾਂਦੇ ਹਾਂ ਐਕਸਾਈਟਿਡ, ਤਾਂ ਉਹਦੇ 'ਚ ਕੀ ਪ੍ਰੋਬਲਮ ਹੈ। ਤਾਂ ਇੱਦਾਂ ਦਾ ਕੋਈ ਵੀ ਕੁਐਸਚਨ ਮਾਈਂਡ 'ਚ ਆਉਂਦਾ ਨਾ, ਪੁੱਛਿਆ ਕਰੋ, ਤਾਂ ਹੀ ਤੁਹਾਡੀ ਨੌਲੇਜ ਅੱਗੇ ਵਧੇਗੀ। ਜੇ ਤੁਸੀਂ ਡਿਸਕਸ਼ਨ ਨਹੀਂ ਕਰੋਗੇ ਤਾਂ ਫਿਰ ਕਿੱਦਾਂ ਹੋਏਗਾ। ਮੈਂ ਤਾਂ ਬਿਲਕੁਲ ਉਮੀਦ ਕਰਦੀ ਹਾਂ ਕਿ ਤੁਹਾਡੀ ਕਲਾਸ 'ਚ ਹੋਰ ਵੀ ਬੱਚੇ ਆਉਣ, ਕਲਾਸ ਜੁਆਇਨ ਕਰਨ, ਲੇਕਿਨ ਆਉਂਦੇ ਨਹੀਂ ਹੈਗੇ। ਸੌਰਵ, ਤੁਸੀਂ ਆਪਣੀ ਅਸਾਈਨਮੈਂਟ ਸਬਮਿਟ ਕਰਵਾ ਦਿੱਤੀ ਹੈ? ਕਿਉਂ ਨਹੀਂ ਕਰਵਾਈ ਹਲੇ ਤੱਕ? ਅੱਜ ਤੇ ਲਾਸਟ ਡੇਟ ਸੀ। ਜੇ ਮੈਂ ਕਹਿਦਾ ਕਿ ਮੈਂ ਕੱਲ੍ਹ ਨੂੰ ਐਕਸੈਪਟ ਨਹੀਂ ਕਰਨੀ, ਫਿਰ ਕੀ ਕਰੂੰਗੇ? ਜਲਦੀ ਬਣਾਓ, ਅੱਜ ਸ਼ਾਮ ਤੱਕ ਸਬਮਿਟ ਕਰੋ। ਹਾਂਜੀ, ਸਬਮਿਟ ਕਰੋ, ਠੀਕ ਹੈ, ਸ਼ਾਮ ਤੱਕ। ਓਕੇ ਜੀ। ਸੋ ਨੈਕਸਟ ਕਲਾਸ ਦੇ ਵਿੱਚ ਨਾ ਆਪਾਂ ਗੱਲ ਕਰਾਂਗੇ ਕਿ ਟੈਲੀਫੋਨਿਕ ਕਾਲਸ ਜਿਹੜੀਆਂ ਤੁਸੀਂ ਕਰਦੇ ਹੋ, ਜਾਂ ਟੈਲੀਫੋਨ ਕਨਵਰਸੇਸ਼ਨ ਜਿਹੜੀ ਹੈ, ਉਹਦਾ ਕੀ ਇੰਪੋਰਟੈਂਸ ਹੈ ਉਹਦੀ, ਠੀਕ ਹੈ। ਉਹਦੀ ਡਿਵੈਲਪਮੈਂਟ ਕਿੱਦਾਂ ਹੋਣੀ ਹੈ, ਕਿੱਦਾਂ ਤੁਸੀਂ ਉਹ ਸਟਾਰਟ ਕਰਨੀ ਹੈ ਗੱਲਬਾਤ, ਕਿ ਕਿੱਦਾਂ ਦੀ ਤੁਹਾਡੀ ਲੈਂਗੁਏਜ ਹੋਣੀ ਚਾਹੀਦੀ ਆ, ਕਿੱਦਾਂ ਦਾ ਤੁਹਾਡਾ, ਅਗਰ ਤੁਸੀਂ ਸੌਫਟ ਬੋਲਦੇ ਹੋ ਜਾਂ ਕਿੱਦਾਂ ਬੋਲਦੇ ਹੋ, ਟੋਨ ਕੀ ਹੋਣੀ ਚਾਹੀਦੀ, ਉਹ ਸਭ ਕੁਝ ਆਪਾਂ ਟੈਲੀਫੋਨ ਵਾਲੇ ਚੈਪਟਰ ਦੇ ਵਿੱਚ ਪੜ੍ਹਾਂਗੇ, ਠੀਕ ਹੈ। ਤਾਂ ਉਸ ਦਿਨ ਸਾਰਿਆਂ ਨੂੰ ਕਹਿ ਦਿਓ ਕਿ ਸਾਰੇ ਜਣੇ ਕਲਾਸ ਜ਼ਰੂਰ ਅਟੈਂਡ ਕਰਨ। ਦੈਟ ਇਜ਼ ਇੰਪੋਰਟੈਂਟ। ਹਾਂਜੀ।